ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਅੰਮ੍ਰਿਤ ਕੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕੇ ਧੁਰ ਦਰਗਾਹੇ ਬਚਨਾਂ ਨੂੰ ਸ਼ਰਧਾ ਭਾਵਨੀ ਪ੍ਰੇਮ ਦੇ ਸਦਕਾ ਪੜ੍ਹਦੇ ਸੁਣਦੇ ਆ ਰਹੇ ਹਾਂ। ਦਿਆਲੂ ਕਿਰਪਾਲੂ ਸਤਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਰਮ ਪੂਜਯ ਯੋਗ ਪਿਤਾ ਸਰਬ ਜਗਤ ਦੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਰਨ ਕਾਰਨ ਕਾਦਰ ਧਰਮ ਦੀ ਚਾਦਰ ਦੀਨ ਦੁਨੀ ਦੇ ਮਾਲਕ ਤਿੰਨਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਾਵਨ ਤੇ ਪਵਿੱਤਰ ਇਤਿਹਾਸ ਤਿੰਨਾਂ ਦਾ ਮੋਟੇ ਮੋਟੇ ਰੂਪ ਦੇ ਅੰਦਰ ਅਸੀਂ ਪੜ੍ਹਦੇ ਸੁਣਦੇ ਆ ਰਹੇ ਹਾਂ। ਸੱਚੀ ਸਰਕਾਰ ਨੇ ਕੀ ਕੌਤਕ ਕੀਤੇ ਨੇ। ਬਚਪਨ ਤੋਂ ਲੈ ਕਰੀ ਸੱਚੇ ਪਾਤਸ਼ਾਹ ਗਰੀਬਾਂ ਦੀ ਬਾਹ ਪਕੜਨ ਵਾਲੇ ਜ਼ੁਲਮੀਆਂ ਦੇ ਅੱਗੇ ਅੜਖ ਲਾਉਣਹਾਰੇ ਆਬਾਦਤ ਦੀ ਮੂਰਤ ਨੇ ਬਚਪਨ ਤੋਂ ਲੈ ਕੇ ਹੀ ਭਗਤੀ ਭਾਵ ਦੀ ਰੰਗਤ ਚੜ੍ਹੀ ਹੋਈ ਆ। ਉਹ ਸੱਚੀ ਸਰਕਾਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਤਿੰਨਾਂ ਦੇ ਪਵਿੱਤਰ ਜੀਵਨ ਨੂੰ ਅਸੀਂ ਪੜ੍ਹਦੇ ਸੁਣਦੇ ਆ ਰਹੇ। ਆਓ ਬੜੀ ਸ਼ਰਧਾ ਦੇ ਨਾਲ ਉਸ ਮਜ਼ਬੂਨ ਦੇ ਨਾਲ ਉਸ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਆਪਣੀ ਸੁਰਤ ਨੂੰ ਟਿਕਾ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੀਏ, ਜਿੱਥੇ ਸੱਚੀ ਸਰਕਾਰ ਕੌਤਕ ਪੈ ਵਰਤਾਉਂਦੇ ਨੇ। ਆਓ ਆਪਣੀ ਸੁਰਤ ਨੂੰ ਟਿਕਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੇ ਕੌਤਕ ਕਰ ਰਹੇ ਨੇ ਬਚਪਨੇ ਰੂਪ ਦੇ ਅੰਦਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਔਰ ਦੁਨੀਆ ਨੂੰ ਤਾਰਦੇ ਨੇ। ਸੁਰਤ ਨੂੰ ਟਿਕਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਗੁਰੂ ਕੀ ਫਤਿਹ ਕਰੋ ਪ੍ਰਵਾਨ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਪੰਨਿਆਂ ਨੂੰ ਪੜ੍ਹਦੇ ਹਾਂ। ਧੰਨ ਧੰਨ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵਿਦਿਆ ਦੀ ਗੱਲ ਚੱਲਦੀ ਆ, ਮਹਾਰਾਜ ਸੱਚੀ ਸਰਕਾਰ ਆਪਣੇ ਪੁੱਤਰ ਦੀ ਬਾਂਹ ਪਕੜ ਕੇ ਧੰਨ ਬਾਬਾ ਬੁੱਢਾ ਜੀ ਨੂੰ ਪਕੜਾ ਦਿੰਦੇ ਨੇ। ਬਾਬਾ ਜੀ ਔਰ ਵਿਦਿਆ ਤੁਸੀਂ ਇਸ ਨੂੰ ਪੜ੍ਹਾਵੋਗੇ। ਤੇ ਸਤਿਗੁਰੂ ਦੇ ਅੱਗੇ ਹੱਥ ਜੋੜ ਕੇ ਅਰਜ਼ ਕੀਤੀ ਸੀ, ਦਾਤਾਰ ਪ੍ਰਭੂ ਜੀ ਇਹਨਾਂ ਨੂੰ ਵਿਦਵਾਨ ਕੋਲੇ ਛੱਡੋ, ਵਿਦਵਤਾ ਭਰਪੂਰ ਬਚਨਾਂ ਨੂੰ ਧਾਰਨ ਕਰਨ। ਮੈਂ ਤਾਂ ਕੇਵਲ ਆਪ ਜੀ ਦੇ ਦਰ ਦੇ ਘਰ ਦੇ ਪਸ਼ੂ ਪਾਲਣ ਵਾਲਾ ਹਾਂ
ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ ਸਨ ਕਿ ਬਾਬਾ ਜੀ ਮੇਰੇ ਇਸ ਪੁੱਤਰ ਨੂੰ ਉਹ ਵਿੱਦਿਆ ਪੜ੍ਹਾ ਦਿਓ ਕਿ ਬਚਪਨ ਦੇ ਵਿੱਚ ਬਿਰਧਤਾ ਕਿਵੇਂ ਆਉਂਦੀ ਹੈ। ਪਹਿਲੀ ਪੱਟੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਧੰਨ ਬਾਬਾ ਬੁੱਢਾ ਸਾਹਿਬ ਨੇ ਲਿਖਾਈ ਆ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਵਿੱਦਿਆ ਦੀ ਗੱਲ ਆਉਂਦੀ ਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਆ, ਤੁਸੀਂ ਇਹਨਾਂ ਨੂੰ ਪੜ੍ਹਾਓ, ਇਹਨਾਂ ਨੂੰ ਸ਼ਸਤਰ ਵਿੱਦਿਆ ਸਿਖਾਓ। ਅੱਜ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਿੱਦਿਆ ਦੀ ਗੱਲ ਆਈ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੇ ਸਬੁਰਦ ਕੀਤਾ। ਬਾਬਾ ਬੁੱਢਾ ਸਾਹਿਬ ਨੇ ਔਰ ਬਹੁਤ ਬਾਣੀ ਦੀ ਸੰਥਿਆ ਕਰਾਈ ਏ। ਕੁਝ ਵਿਦਵਾਨ ਇੱਥੋਂ ਤੱਕ ਵੀ ਕਹਿੰਦੇ ਕਿ 6 ਸਾਲ ਦੇ ਕਰੀਬ ਔਰ ਬਾਬਾ ਬੁੱਢਾ ਸਾਹਿਬ ਨੇ ਬਾਣੀ ਪੜ੍ਹਾਈ ਆ ਔਰ ਇਤਿਹਾਸ ਤੋਂ ਜਾਣੂ ਕਰਵਾਇਆ। ਅੰਦਰ ਦੀ ਗੰਭੀਰਤਾ ਆਈ ਆ ਜਦੋਂ ਇਹ ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਜਿਵੇਂ ਬਾਣੀ ਨੂੰ ਪੜ੍ਹਦੇ ਆ ਅੰਦਰ ਦ੍ਰਵੀਭੂਤ ਹੁੰਦਾ ਜਾਂਦਾ ਹੈ। ਐਉਂ ਕਹਿ ਲਈਏ ਉਹ ਬਾਣੀ ਕੇਵਲ ਪੜ੍ਹਨ ਤੇ ਸੁਣਨ ਮਾਤਰ ਨਹੀਂ, ਉਹ ਬਾਣੀ ਅੰਦਰ ਉਤਰਦੀ ਜਾਂਦੀ ਆ। ਜਿਵੇਂ ਜਿਵੇਂ ਬਾਣੀ ਅੰਦਰ ਉਤਰਦੀ ਆ ਜੀਵਨ ਗੁਰਬਾਣੀ ਹੀ ਬਣਦਾ ਜਾਂਦਾ ਹੈ। ਬਾਣੀ ਦੇ ਮੁਤਲਕ ਜਦੋਂ ਆਪਣੇ ਭਰਾਤਾ ਬਾਬਾ ਅਟਲ ਰਾਏ ਜੀ ਨੂੰ ਤੱਕਿਆ, ਪਿਤਾ ਦਾ ਹੁਕਮ ਜਿਹੜਾ ਹੈ ਉਹਨੂੰ ਮੰਨਿਆ ਤੇ ਵੱਡੇ ਭਰਾ ਨੇ ਔਰ ਆਪਣੇ ਮਿੱਤਰ ਦੇ ਲਈ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ ਨੇ। ਹੋਰ ਬੈਰਾਗ ਦੇ ਵਿੱਚ ਆ ਗਏ, ਹਿਰਦੇ ਦੇ ਅੰਦਰ ਬੈਰਾਗ ਆ ਗਿਆ ਹੈ ਕਿ ਹੇ ਮਨਾ ਔਰ ਗੁਰੂ ਜਿਹੜਾ ਆ ਹੁਕਮ ਤੇ ਰੀਝਦਾ ਹੈ, ਹੁਕਮ ਮੰਨਣ ਵਾਲੇ ਤੇ ਗੁਰੂ ਨਾਤੇ ਨਹੀਂ ਦੇਖਦਾ। ਭਾਣੇ ਨੂੰ ਮੰਨ, ਮੇਰੀ ਸੱਚੀ ਸਰਕਾਰ ਦੇ ਬਚਨ ਨੇ। ਮਹਾਰਾਜ ਗੁਰਬਾਣੀ ਅੰਦਰ ਇਹ ਵੀ ਬਚਨ ਕਰਦੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾ ਖਸਮੇ ਕਾ ਮਹਿਲ ਪਾਏ ਸੀ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹੋਰ ਗੁਰਬਾਣੀ ਦੇ ਅੰਦਰ ਜੁੜ ਗਏ, ਸਿਮਰਨ ਦੇ ਅੰਦਰ ਜੁੜ ਗਏ, ਸਮਾਧੀ ਦੇ ਵਿੱਚ ਲੀਨਤਾ ਹੋਰ ਵੱਧ ਗਈ ਆ। ਅੰਦਰੋਂ ਆਵਾਜ਼ ਪਈ ਆਉਂਦੀ ਆ ਕਿ ਪਤਾ ਨਹੀਂ, ਆਪਣੇ ਮਨ ਨੂੰ ਸਮਝਾਉਂਦੇ ਆ, ਮਨਾ ਤੂੰ ਪ੍ਰਭੂ ਨਾਲ ਲੱਗ, ਪ੍ਰਭੂ ਨਾਲ ਜੁੜ ਔਰ ਪ੍ਰਭੂ ਤੋਂ ਬਗੈਰ ਕੁਝ ਵੀ ਨਹੀਂ ਹੋ ਸੰਸਾਰ ਦੇ ਅੰਦਰ। ਤੇ ਬੜੇ ਪ੍ਰੇਮ ਦੇ ਬਚਨ ਉਹਨਾਂ ਦੀ ਬਾਣੀ ਪੜ੍ਹਦੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬੋਲ ਵੈਰਾਗ ਮਈ ਨੇ। ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। हे ਪ੍ਰਾਣਾ ਧਾਰੀ ਜੀਵ, ਜੇ ਤੂੰ ਚਿਤਵਨਾ ਤੇ ਮਾਲਕ ਨੂੰ ਚੇਤੇ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛੇਨ ਛੇਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਹਰ ਗੁਣ ਕਾਹੀ ਨਾ ਗਾਵਈ, ਮੂਰਖ ਅਗਿਆਨਾ। ਝੂਠੇ ਲਾਲਚ ਲੱਗ ਕੇ ਨੈ ਮਰਨ ਪਛਾਨਾ। ਦੁਨੀਆ ਨੂੰ ਮਰਨਾ ਚੇਤੇ ਨਹੀਂ, ਸਾਹਮਣੇ ਪਤਾ ਨਹੀਂ ਕਿੰਨੀਆਂ ਕੁ ਅਰਥੀਆਂ ਉੱਠਦੀਆਂ ਨੇ, ਕਿੰਨੇ ਕੁ ਜਨਾਦੇ ਉੱਠਦੇ ਆ, ਕਿੰਨੇ ਕੁ ਵਾਰ ਸੰਸਾਰ ਦੇ ਜੀਵ ਜਿਹੜੇ ਨੇ ਸ਼ਮਸ਼ਾਨ ਭੂਮੀਆਂ ਵਿੱਚ ਸਿਵੇ ਮੱਚਦੇ ਹੋਏ ਦੇਖੇ ਆ, ਪਰ ਮਨ ਕਦੇ ਵੀ ਪਿਘਲਿਆ ਨਹੀਂ। ਮਨ ਨੇ ਕਦੇ ਵੀ ਇਹ ਮੰਨਣਾ ਨਹੀਂ ਕੀਤਾ, ਸਵੀਕਾਰ ਨਹੀਂ ਕੀਤਾ। ਹੇ ਮਨਾ, ਅੱਜ ਇਹਦਾ ਸ਼ਵ ਪਿਆ ਮੱਚਦਾ, ਸਰੀਰ ਪਿਆ ਮੱਚਦਾ, ਇੱਕ ਦਿਨ ਤੂੰ ਵੀ ਇਹ ਤਨ ਨੇ ਤੇਰੇ ਨੇ ਵੀ ਇੱਥੇ ਮੱਚਣਾ। ਮਨ ਨੂੰ ਕਦੇ ਖਿਆਲ ਨਹੀਂ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਭਰਾਤਾ ਨੂੰ ਦੇਖਿਆ, ਹੋਰ ਵੈਰਾਗ ਆ ਗਿਆ ਹੈ। ਪਿਆਰਿਓ, ਅਸੀਂ ਆਪਣਿਆਂ ਦੀਆਂ ਅਰਥੀਆਂ ਦੇਖੀਆਂ, ਹੱਥੀਂ ਨਵਾਇਆ, ਹੱਥੀਂ ਲਾਸ਼ਾਂ ਲਿਆਂਦੀਆਂ, ਹੱਥੀਂ ਦਫਨ ਕੀਤੇ, ਹੱਥੀਂ ਚਿਖਾ ਤੇ ਰੱਖੇ, ਅਗਨ ਦਿੱਤੀ, ਪਰ ਮਨ ਕਦੇ ਨਹੀਂ ਜੇ
ਪਰਮਾਤਮਾ ਵੱਲ ਨੂੰ ਤੁਰਿਆ ਗੁਰੂ ਤੇਗ ਬਹਾਦਰ ਮਹਾਰਾਜ। ਔਰ ਕਹਿਣ ਲੱਗੇ ਸੰਸਾਰ ਅੰਦਰ ਆਇਆ ਹੈ ਔਰ ਪਰਮਾਤਮਾ ਨੂੰ ਚਿਤਵ, ਔਰ ਮੌਤ ਨੇੜੇ ਆ ਜਾਣੀ ਹੈ। ਮੌਤ ਨੂੰ ਤੱਕ ਕੇ ਯਾਦ ਕਰ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਤ ਬਿਹਾਤ ਹੈ, ਫੂਟੇ ਘਟ ਜੋ ਪਾਨੀ, ਹਰ ਗੁਣ ਕਾਹੇ ਨ ਗਾਵੀ, ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੇ ਨ ਮਰਨ ਪਛਾਨਾ। ਤੂੰ ਮਰਨੇ ਨੂੰ ਚੇਤੇ ਨਹੀਂ ਕੀਤਾ ਕਿ ਇੱਕ ਦਿਨ ਤੇਰੀ ਮੌਤ ਹੋਣੀ ਆ, ਤੂੰ ਵੀ ਜਲੇਂਗਾ, ਤੂੰ ਵੀ ਦਫਨ ਹੋਏਗਾ। ਨ ਮਰਨ ਪਛਾਨਾ, ਅਜੂ ਕਛ ਬਿਗੜਿਓ ਨਹੀਂ, ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਭਲਿਆ, ਤੇਰੇ ਕੋਲ ਸਮਾਂ ਹੈ, ਸਵਾਸ ਬਾਕੀ ਨੇ, ਅਜੂ ਕਛ ਬਿਗੜਿਓ ਨਹੀਂ। ਜੋ ਪ੍ਰਭ ਗੁਣ ਗਾਵੇ, ਜਿਹੜਾ ਪ੍ਰਭੂ ਦੇ ਗੁਣ ਗਾਇਨ ਕਰਨ ਲੱਗ ਪਵੇ, ਮਨ ਜਰਾ ਵੀ ਜਿਹੜਾ ਹੈ ਨਾ ਸੋਗਾ ਤੁਰ ਗਮ ਗੀਨਤਾ ਦੇ ਵਿੱਚ ਨਹੀਂ ਜਾਂਦਾ ਕਿ ਤਨ ਮੇਰੇ ਨੇ ਵੀ ਜਾਣਾ ਹੈ। ਅਸੀਂ ਸ਼ਮਸ਼ਾਨ ਭੂਮੀ ਨੂੰ ਜਾਂਦੇ ਹਾਂ, ਅਰਥੀ ਦੇ ਨਾਲ ਜਾਂਦੇ ਹਾਂ। ਤੇ ਕਈਆਂ ਨੂੰ ਦੇਖਿਆ ਦੇ ਔਰ ਹੱਸ ਹੱਸ ਕੇ ਗੱਲਾਂ ਕਰਦੇ ਜਾਂਦੇ, ਕਈਆਂ ਦੇ ਚਿਹਰਿਆਂ ਤੇ ਮਾਯੂਸੀ ਛਾਈ, ਮੁੜਦਿਆਂ ਹੋਇਆਂ। ਔਰ ਪਿਆਰਿਓ, ਉਸ ਅਰਥੀ ਨੂੰ, ਉਸ ਲਾਸ਼ ਨੂੰ ਭੁੱਲ ਕੇ ਅੱਧ ਤੋਂ ਵੱਧ ਜਿਹੜੇ ਨੇ ਹਾਸੇ ਮਜ਼ਾਕ ਦੀਆਂ ਗੱਲਾਂ ਕਰਦੇ। ਕਦੇ ਚੇਤਾ ਨਹੀਂ ਆਇਆ ਕਿ ਲਾਸ਼ ਤੋਂ ਆਏ, ਚਿਖਾ ਤੋਂ ਆਏ ਆ। ਮਨ ਅੰਦਰ ਬੈਰਾਗ ਨਹੀਂ ਆਇਆ। ਕਹਿਣ ਲੱਗੇ ਤੈਨੂੰ ਮੌਤ ਨੂੰ ਤੱਕ ਕੇ ਆਪਣੀ ਮੌਤ ਚੇਤੇ ਆ ਜਾਵੇ ਤਾਂ ਮਾਲਕ ਵੱਲ ਨੂੰ ਤੁਰੇਂਗਾ। ਜਿਹਨੂੰ ਮੌਤ ਚੇਤੇ ਨਹੀਂ ਆਈ, ਯਾਦ ਰੱਖਣਾ ਉਹਨੂੰ ਮਾਲਕ ਵੀ ਚੇਤੇ ਨਹੀਂ ਆਵੇਗਾ। ਮਾਲਕ ਵੱਲ ਨੂੰ ਮੌਤ ਦੇ ਭੈ ਕਰਕੇ ਤੁਰਦਾ ਹੈ ਬੰਦਾ ਕਿ ਮਰਨਾ ਜਿਹੜਾ ਹੈ, ਔਰ ਉਹਨੂੰ ਤੱਕ ਕਰਕੇ ਮਹਾਰਾਜ ਸਾਹਿਬ ਕਹਿੰਦੇ ਤੈਨੂੰ ਮਰਨਾ ਚੇਤੇ ਨਹੀਂ ਆਇਆ, ਅਜੂ ਕਛ ਬਿਗੜਿਓ ਨਹੀਂ। ਜੋ ਪ੍ਰਭ ਗੁਣ ਗਾਵੇ, ਅਜੇ ਵੀ ਕੁਝ ਨਹੀਂ ਵਿਗੜਿਆ। ਜਿਹੜਾ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਦਾ ਹੈ, ਅਜੂ ਕਛ ਬਿਗੜਿਓ ਨਹੀਂ। ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ, ਅਜੇ ਤੇਰੇ ਕੋਲ ਸਮਾਂ ਹੈ, ਸਵਾਸ ਬਾਕੀ ਨੇ। ਮਾਲਕ ਦਾ ਸਿਮਰਨ ਕਰ, ਪਰਮਾਤਮਾ ਦੀ ਆਰਾਧਨਾ ਕਰ। ਮਹਾਰਾਜ ਸਾਹਿਬ ਕਹਿੰਦੇ ਕਹੋ ਨਾਨਕ ਤੇ ਭਜਨ ਤੇ, ਜਿਹਦੀ ਬੰਦਗੀ ਕਰੇਗਾ ਨਿਰਭੈ ਪਦ ਪਾਵੈ। ਭੈ ਤੂੰ ਰਹਿਤ ਪਦਵੀ ਪਾ ਲਵੇਂਗਾ। ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਕਹਿੰਦੀ ਸਜਣਾ, ਜਿੱਦਣ ਤੂੰ ਮਾਲਕ ਨੂੰ ਜਪ ਲਿਆ, ਆਰਾਧ ਲਿਆ, ਤੇ ਯਾਦ ਰੱਖੀ ਉਸ ਵੇਲੇ ਤੇਰੇ ਮਨ ਅੰਦਰ ਭੈ ਨਹੀਂ ਰਹੇਗਾ। ਨਾ ਕਿਸੇ ਵੱਡੇ ਦਾ, ਨਾ ਕਿਸੇ ਦੁੱਖ ਦਾ, ਨਾ ਕੋਈ ਡਰਾਉਣ ਆਵੇ, ਨਾ ਉਹਦੇ ਤੋਂ ਡਰੇਂਗਾ, ਨਾ ਕਿਸੇ ਨੂੰ ਐਵੇਂ ਡਰਾਏਂਗਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਨ ਤੇ ਆਣ। ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਵਿੱਚ ਮਿਲਿਆ ਬੰਦਗੀ ਪਿਆ ਕਰਦਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਹਰ ਜਸ ਰੇ ਮਨਾ ਗਾਏ ਲੈ। ਆਪਣੇ ਮਨ ਨੂੰ ਕਹਿ ਕਿ ਮਨਾ ਹਰੀ ਦੇ ਜਸ ਨੂੰ ਗਾ। ਜੋ ਸੰਗੀ ਹੈ ਤੇਰੋ, ਜਿਹੜੇ ਸੰਸਾਰ ਨੂੰ ਤੱਕਦਾ ਹੈ ਨਾ, ਇਹ ਤੇਰੇ ਨਾਲ ਚੱਲਣ ਵਾਲਾ ਨਹੀਂ। ਇਹਨਾਂ ਨੇ ਨਾਲ ਨਾ ਕਿਸੇ ਦੇ ਤੁਰਨਾ ਕੀਤਾ ਤੇ ਨਾ ਇਹਨਾਂ ਨੇ ਤੇਰੇ ਨਾਲ ਤੁਰਨਾ ਹੀ। ਮਹਾਰਾਜ ਸਾਹਿਬ ਕਹਿੰਦੇ ਆਪਣੇ ਮਨ ਨੂੰ ਕਹਿ, ਤਨ ਵਿੱਚ ਰਹਿੰਦਿਆਂ ਹੋਇਆਂ, ਕਿ ਦੇਖ ਸ਼ਮਸ਼ਾਨ ਮੱਚਦਾ ਹੋਇਆ ਔਰ ਭਲਿਆ ਉਹਦੇ ਨਾਲ ਕੋਈ ਨਹੀਂ ਉਹ ਤੁਰਿਆ, ਕੇਵਲ ਉਹਨੂੰ ਹੀ ਮਚਣਾ ਪਿਆ ਏ, ਉਹਨੂੰ ਹੀ ਕਬਰ ਵਿੱਚ ਪੈਣਾ ਪਿਆ ਏ। ਜਿੱਦਣ ਵਾਰੀ ਤੇਰੀ ਆ ਗਈ, ਤੇਰਾ ਵੀ ਸੰਗੀ ਸਾਥੀ ਨਾ ਇੱਥੇ ਕਿਸੇ ਨੇ ਬਣਨਾ ਹੀ ਨਾ ਅੱਗੇ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਤੇਰਾ ਸਾਥੀ ਕੌਣ ਹੈ? ਉਹ ਆ ਪ੍ਰਭੂ ਦਾ ਨਾਮ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਬਚਨ ਕਰਦੇ ਨੇ। ਕਹਿਣ ਲੱਗੇ ਭਲਿਆ ਤੇਰੇ ਨਾਮ ਨੇ ਸਹਾਇਤਾ ਕਰਨੀ, ਜੋ ਸੰਗੀ ਹੈ ਤੇਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ,
ਮਨ ਊਹਾ ਨਾਮ ਤੇਰਾ ਸੰਗ ਸਹਾਈ। ਪ੍ਰਭੂ ਦੇ ਨਾਮ ਨੇ ਸਹਾਇਤਾ ਕਰਨੀ ਹੈ। ਔਰ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਔਸਰ ਬੀਤਿਓ ਜਾਤ ਹੈ, ਸਮਾਂ ਬਤੀਤ ਹੁੰਦਾ ਜਾ ਰਿਹਾ ਹੈ, ਆਜੂ ਬਸਰ ਹੁੰਦੀ ਜਾ ਰਹੀ। ਔਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਮਹਾਰਾਜ ਕਹਿੰਦੇ ਤੂੰ ਸਾਡੇ ਕਹੇ ਹੋਏ ਬਚਨਾਂ ਨੂੰ ਮੰਨ ਲੈ, ਪਰਮਾਤਮਾ ਦੇ ਗੁਣਾਂ ਨੂੰ ਗਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਉਹਦੇ ਗੁਣਾਂ ਨੂੰ ਗਾਏਗਾ ਤੇ ਪਰਮਾਤਮਾ ਦੇ ਘਰ ਵਿੱਚ ਜਾਏਗਾ। ਆਪਣੀ ਜ਼ਬਾਨ ਦੇ ਨਾਲ ਜਪ ਤੇ ਜ਼ਬਾਨ ਨਾਲ ਜਪ ਕੇ ਆਪਣੇ ਕੰਨਾਂ ਨਾਲ ਸੁਣ ਤੇ ਧਿਆਨ ਪ੍ਰਭੂ ਦੇ ਚਰਨਾਂ ਦਾ ਧਰ। ਇਕਾਗਰਤ ਹੋ ਜਾਏਗਾ ਤੇਰਾ ਧਿਆਨ। ਮਹਾਰਾਜ ਸੱਚੀ ਸਰਕਾਰ ਨੇ ਬਚਨ ਕੀਤੇ ਹੋਣੇ, ਕਹਿ ਲੱਗੇ ਜੀਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਕਹੋ ਨਾਨਕ ਸੁਣ ਰੇ ਮਨਾ, ਪਰੈ ਨਾ ਜਮ ਕੈ ਧਾਮ। ਕਦੇ ਜਮਾਂ ਦੇ ਘਰ ਨਹੀਂ ਜਾਏਗਾ, ਰੱਬ ਦੇ ਘਰ ਅੰਦਰ ਜਾਏਗਾ ਜੇ ਪ੍ਰਭੂ ਨੂੰ ਜਪੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹਿ ਲੱਗੇ ਪ੍ਰਭੂ ਨੂੰ ਆਰਾਧ। ਤੇਰੇ ਮਨ ਅੰਦਰ ਸਾਹਮਣੇ ਲਾਸ਼ ਨੂੰ, ਅਰਥੀ ਨੂੰ ਤੱਕ ਕੇ ਔਰ ਵੈਰਾਗ ਆ ਜਾਵੇ। ਕਿਹੜਾ ਵੈਰਾਗ ਆਵੇ? ਆ ਜਿਹੜਾ ਲੋਕ ਰੋਂਦੇ ਨੇ, ਨਹੀਂ ਇਹ ਤਾਂ ਧੰਦਾ ਪਿੱਟੂ ਭਾਈਓ, ਤੁਸੀਂ ਕੂੜ ਕਮਾਵੋ, ਤੁਸੀਂ ਕੂੜ ਕਮਾਉਣੇ, ਆਪਣੇ ਧੰਦਿਆਂ ਨੂੰ ਰੋਨੇ ਹੋ, ਧਰਮ ਨੂੰ ਨਹੀਂ, ਪਰਮਾਤਮਾ ਨੂੰ ਨਹੀਂ। ਕਿਹਦੀਆਂ ਜ਼ਿੰਮੇਵਾਰੀਆਂ ਕੌਣ ਨਿਭਾਵੇਗਾ? ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ, ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਊ। ਧਨ ਸੋ ਤੇਰਾ ਥਨ ਹੈ, ਮਨ ਅੰਦਰ ਬੈਰਾਗ ਆਵੇ ਕਿ ਪ੍ਰਭੂ ਨੂੰ ਔਰ ਜਿਹੜਾ ਹੈ ਮੈਂ ਪਾਉਣਾ, ਪ੍ਰਭੂ ਨੂੰ ਧਿਆਉਣਾ, ਪ੍ਰਭੂ ਦੇ ਨਾਲ ਜੁੜਨਾ। ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਤਮਾਮ ਬਚਨ ਕਰਦੇ ਨੇ। ਸੱਚੀ ਸਰਕਾਰ ਕਹਿੰਦੇ ਮਨੁੱਖ ਕਿਤੇ ਤੂੰ ਆਪਣਿਆਂ ਦੀ ਅਰਥੀ ਤੱਕੇ ਤੇ ਭਲਿਆ ਤੇਰੇ ਮਨ ਅੰਦਰ ਵੈਰਾਗ ਆਵੇ। ਕਿਸੇ ਦੇ ਰੋਗ ਨੂੰ ਤੱਕੇ, ਤੇਰੇ ਤਨ ਵੱਲੇ ਆਪਣੇ ਵੱਲੇ ਤੱਕ ਕੇ ਮਨ ਵੈਰਾਗ ਵਿੱਚ ਆ ਜਾਵੇ। ਜਿਹਨੂੰ ਅਸੀਂ ਮਹਾਤਮਾ ਬੁੱਧ ਕਹਿੰਦੇ ਆ ਨਾ। ਇੱਕ ਬਾਦਸ਼ਾਹ ਦਾ ਪੁੱਤਰ ਸੀ, ਇਹਦਾ ਨਾਮ ਸਿਧਾਰਥ ਸੀਗਾ। ਤੇ ਸਿਧਾਰਥ ਨੇ ਕਦੇ ਕੋਈ ਅਰਥੀ ਉੱਠਦੀ ਹੋਈ ਨਹੀਂ ਦੇਖੀ, ਕਿਉਂਕਿ ਬਾਦਸ਼ਾਹ ਦਾ ਪੁੱਤਰ ਸੀ। ਇੱਕ ਦਿਨ ਆਪਣੇ ਰੱਥ ਤੇ ਬਾਹਰ ਨਿਕਲਿਆ, ਰਥਵਾਹੀ ਰੱਥ ਨੂੰ ਲਈ ਜਾਂਦਾ ਹੈ ਤੇ ਕੀ ਤੱਕਿਆ ਸੋ ਪਿਆਰਿਓ, ਅੱਗੇ ਇੱਕ ਬਜ਼ੁਰਗ ਤੁਰਿਆ ਜਾਂਦਾ ਹੈ ਔਰ ਜਿਹਦੇ ਤੋਂ ਜਲਦੀ ਤੁਰਿਆ ਨਹੀਂ ਜਾਂਦਾ। ਉਸ ਰਥਵਾਹੀ ਨੇ ਆਪਣੇ ਮੁਖ ਚੋਂ ਇੱਕ ਆਵਾਜ਼ ਕਹੀ, ਬਜ਼ੁਰਗ ਨੂੰ ਪਾਸੇ ਹੋ ਜਾ, ਪਾਸੇ ਹੋ ਜਾ। ਪਰ ਹੋਇਆ ਨਹੀਂ ਗਿਆ, ਰਥ ਰੁਕਿਆ ਤੇ ਉਹ ਸਿਧਾਰਥ ਆਪਣੀ ਰਥਵਾਹੀ ਨੂੰ ਪੁੱਛਦਾ ਹੈ, ਇਹ ਆਵਾਜ਼ ਸੁਣ ਕੇ ਵੀ ਕਿਉਂ ਨਹੀਂ ਪਾਸੇ ਹੋਇਆ? ਕਹਿਣ ਲੱਗਾ, ਰਾਜਕੁਮਾਰ ਇਹਦੇ ਤਨ ਤੇ ਵਡਾਪਾ ਆ ਗਿਆ ਹੈ, ਹੁਣ ਇਹਦੇ ਤੋਂ ਜਲਦੀ ਨਾਲ ਤੁਰਿਆ ਨਹੀਂ ਜਾਂਦਾ। ਜਦੋਂ ਇਹ ਤੱਕ ਲਿਆ ਤੇ ਪਿਆਰਿਓ ਕਹਿਣ ਲੱਗਾ, ਇਹਦੇ ਆਇਆ? ਕਹਿੰਦੇ ਨਹੀਂ ਰਾਜਕੁਮਾਰ, ਇਹ ਕਿਸੇ ਦੇ ਵੀ ਆ ਸਕਦਾ ਹੈ। ਉਹਨੇ ਕਿਹਾ ਮੇਰੇ ਵੀ? ਕਹਿਣ ਲੱਗੇ ਤੇਰਾ ਸਰੀਰ ਵੀ ਇਸ ਤਰ੍ਹਾਂ ਦਾ ਹੋ ਜਾਵੇਗਾ। ਉੱਥੋਂ ਮੁੜ ਆਇਆ, ਮਨ ਨੇ ਚੋਟ ਖਾਧੀ ਔਰ ਦੂਜੇ ਦਿਨ ਰਾਤ ਤੇ ਨਿਕਲਿਆ ਦੂਜੀ ਵਾਰ ਔਰ ਨਿਕਲਿਆ, ਇੱਕ ਕੋੜੀ ਨੂੰ ਤੱਕਿਆ ਤੇ ਕੋੜੀ ਬੜਾ ਕੁਰਲਾਂਦਾ ਪਿਆ। ਰਥਵਾਹੀ ਨੂੰ ਪੁੱਛਣਾ ਕੀਤਾ ਹੈ, ਰੋਂਦਾ ਕਿਉਂ, ਚੀਕਾਂ ਕਿਉਂ ਮਾਰਦਾ ਹੈ? ਕਹਿਣ ਲੱਗੇ ਰਾਜਕੁਮਾਰ ਇਹਦੇ ਤਨ ਨੂੰ ਕੋੜ ਹੋ ਗਿਆ ਹੈ ਤੇ ਇਲਾਜ ਵਾਸਤੇ ਪੁਕਾਰਦਾ, ਦਰਦ ਦੇ ਨਾਲ ਤੜਫਦਾ ਹੋਇਆ। ਇਹਨੂੰ ਇਹਦੇ ਘਰ ਦੇ ਪਰਿਵਾਰਦਿਆਂ ਨੇ ਵੀ ਘਰੋਂ ਬਾਹਰ ਧਕੇਲ ਦਿੱਤਾ। ਦੂਜੀ ਚੋਟ ਵੱਜੀ ਕਿ ਇਹ ਮੇਰੇ ਤਨ ਤੇ ਵੀ ਕੋੜ ਹੋ ਸਕਦਾ ਹੈ। ਤੇ ਉਸ ਰਾਜਕੁਮਾਰ ਨੂੰ ਸਿਆਣੇ ਰਥਵਾਹੀ ਨੇ ਕਿਹਾ, ਰਾਜਕੁਮਾਰ ਇਹ ਕਿਸੇ ਨੂੰ ਵੀ ਬਿਮਾਰੀ ਲੱਗ ਸਕਦੀ ਆ। ਉਹਨੇ ਦੇਖਿਆ ਕਿ ਮੇਰੇ ਪਰਿਵਾਰ ਵੀ ਮੈਨੂੰ ਐਉਂ ਚੁਰਾਹੇ ਵਿੱਚ ਛੱਡ ਜਾਵੇਗਾ, ਮੇਰਾ ਸਾਥ ਨਹੀਂ ਦੇਵੇਗਾ। ਔਰ ਮਨ ਵਿੱਚ ਬੈਰਾਗ ਗਿਆ, ਬੇਚੈਨੀ ਅੰਦਰ ਵੱਧ ਗਈ। ਤੀਜੇ ਦਿਨ ਔਰ ਰਥ ਤੇ ਤੀਜੀ ਵਾਰ ਨਿਕਲਿਆ ਹੈ
ਔਰ ਤੀਜੀ ਵਾਰ ਜਦੋਂ ਨਿਕਲਿਆ ਵੱਖ-ਵੱਖ ਘਟਨਾਵਾਂ ਹੋਈਆਂ ਨੇ। ਤੀਜੀ ਘਟਨਾ ਉਹਦੇ ਜੀਵਨ ਅੰਦਰ ਵਾਪਰੀ ਕਿ ਅੱਗੇ ਇੱਕ ਅਰਥੀ ਚੁੱਕ ਕੇ ਜਾ ਰਹੇ ਸਨ। ਅਰਥੀ ਦੇ ਨਾਲ ਔਰ ਉਹਦੀ ਪਤਨੀ ਰੋਂਦੀ ਜਾਂਦੀ ਆ, ਪਿੱਛੇ ਛੋਟੇ ਛੋਟੇ ਬੱਚੇ ਰੋਂਦੇ ਜਾਂਦੇ ਨੇ। ਪਿਆਰਿਓ, ਕੀ ਤੱਕਿਆ? ਪੁੱਛਦਾ ਹੈ ਇਹ ਕੌਣ? ਤੇ ਸਿਧਾਰਥ ਨੂੰ ਰਥਵਾਹੀ ਕਹਿੰਦਾ ਇਹ ਕਿਸੇ ਦੀ ਮੌਤ ਹੋ ਗਈ ਆ, ਉਹਦੀ ਅਰਥੀ ਨੂੰ ਸ਼ਮਸ਼ਾਨ ਭੂਮੀ ਨੂੰ ਲੈ ਕੇ ਜਾ ਰਹੇ ਨੇ ਤੇ ਔਰ ਉਹਦੀ ਪਤਨੀ ਰੋਂਦੀ ਜਾ ਰਹੀ ਆ। ਇਹਨੇ ਜੇ ਤਾਂ ਆਪਣੇ ਆਪ ਚਿਖਾ ਵਿੱਚ ਕੁੱਦ ਗਈ ਤਾਂ ਠੀਕ ਆ, ਨਹੀਂ ਤੇ ਇਹਨੂੰ ਸਿੱਟ ਦੇਣਗੇ। ਆ ਪਿੱਛੇ ਬੱਚੇ ਜਿਹੜੇ ਨੇ ਇਹ ਰੁੱਲ ਜਾਣਗੇ ਇਹਦੇ, ਕਿਉਂਕਿ ਉਦੋਂ ਸਤੀ ਵਾਲੀ ਰੀਤ ਚੱਲਦੀ ਸੀ। ਤਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆ ਕੇ ਅਕਬਰ ਤੋਂ ਪੱਕਾ ਇਹ ਕਰਵਾ ਦਿੱਤਾ ਸੀ ਕਿ ਇਹ ਨਾ ਹੋਵੇ। ਇਹ ਸਤਿਗੁਰੂ ਮਹਾਰਾਜ ਨੇ ਸਤੀ ਰੀਤ ਤੋੜੀ ਆ, ਨਹੀਂ ਤੇ ਬਦੋ ਬਦੀ ਚੱਕ ਕੇ ਆਦਮੀ ਚੜ੍ਹਾਈ ਕਰ ਗਿਆ ਤੇ ਪਤਨੀ ਨੇ ਆਪਣੇ ਆਪ ਛਲਾਂਗ ਲਾਤੀ ਉਸ ਬਲਦੀ ਚਿਖਾ ਵਿੱਚ ਤੇ ਠੀਕ ਹੈ, ਨਹੀਂ ਤੇ ਦੂਜੇ ਚੱਕ ਕੇ ਸਿੱਟ ਦਿੰਦੇ ਸਨ। ਇਸ ਕਰਕੇ ਉਹ ਰੋਂਦੇ ਜਾ ਰਹੇ। ਮਨ ਅੰਦਰ ਉਹਦੇ ਖਿਆਲ ਆਇਆ ਸਿਧਾਰਥ ਦੇ ਕਿ ਐਸਾ ਹੋ ਗਿਆ ਮੇਰੇ ਸ਼ਬਦ ਦੇ ਨਾਲ ਜੇ ਮੇਰੀ ਪਤਨੀ ਨੂੰ ਫੂਕਤਾ ਤੇ ਮੇਰਾ ਬੇਟਾ ਰਾਹੁਲ ਨਾਂ ਦਾ ਉਹਦਾ ਪੁੱਤਰ ਸੀਗਾ, ਕਹਿਣ ਲੱਗੇ ਉਹ ਵੀ ਵਿਲਕੇਗਾ। ਮਨ ਬੈਰਾਗ ਵਿੱਚ ਆ ਗਿਆ। ਤਿੰਨ ਘਟਨਾ ਵਿਦਵਾਨ ਕਹਿੰਦੇ ਨੇ ਇਹਨੇ ਦੇਖੀਆਂ ਨੇ। ਅਰਥੀ ਨੂੰ ਤੱਕ ਕੇ ਅਤ ਦਾ ਗੰਭੀਰਤਾ ਵਿੱਚ ਚਲਾ ਗਿਆ ਸਿਧਾਰਥ, ਔਰ ਸਾਰੀ ਰਾਤ ਬੇਚੈਨੀ ਵਿੱਚ ਕੱਟੀ। ਅਰਧ ਤੋਂ ਰਾਤ ਅੱਗੇ ਲੰਘੀ ਆ ਤੇ ਪਿਆਰਿਓ, ਔਰ ਸੁੱਤਾ ਹੋਇਆ ਉਹਦਾ ਪੁੱਤਰ, ਸੁੱਤੀ ਹੋਈ ਉਹਦੀ ਪਤਨੀ, ਔਰ ਰਾਤ ਨੂੰ ਇਹ ਸਿਧਾਰਥ ਜਿਹੜਾ ਰਾਜਕੁਮਾਰ ਉਹਨਾਂ ਦੇ ਕਮਰੇ ਵਿੱਚ ਆਇਆ, ਹੱਥ ਜੋੜ ਕੇ ਕਿਹਾ ਮੈਨੂੰ ਗੁਸਤਾਖੀ ਮਾਫ ਕਰਿਆ ਜੇ, ਮੈਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਜਾ ਰਿਹਾ ਹੈ। ਪਰ ਬੇਚੈਨੀ ਵੱਧ ਗਈ। ਮੁੜ ਕੇ ਸਿਧਾਰਥ ਘਰ ਨਹੀਂ ਆਇਆ। ਜਦੋਂ ਔਰ ਸਿਧਾਰਥ ਦਾ ਪਤਾ ਲੱਗਾ, ਉਹਨੇ ਜਾ ਕੇ ਇਹਨਾਂ ਤਿੰਨ ਘਟਨਾ ਨੂੰ ਵੇਖ ਕੇ ਤਿਆਗ ਕਰਕੇ ਅੰਦਰ ਬੈਰਾਗ ਨਾਲ ਅਰਾਧਿਆ ਤੇ ਉਹ ਮਹਾਤਮਾ ਬੁੱਧ ਦੇ ਨਾਮ ਨਾਲ ਪ੍ਰਗਟ ਹੋਇਆ। ਨਾਮ ਉਹਦਾ ਸਿਧਾਰਥ ਸੀ ਔਰ ਮਹਾਤਮਾ ਬੁੱਧ ਹੋ ਕੇ ਪ੍ਰਗਟਿਆ। ਔਰ ਉਹਨੇ ਘਟਨਾ ਦੇਖੀਆਂ, ਮਨ ਵੈਰਾਗ ਵਿੱਚ ਆ ਗਿਆ। ਤੇ ਸੱਜਣੋ, ਅਸੀਂ ਪਤਾ ਨਹੀਂ ਜੇ ਕਿੰਨੀਆਂ ਕੁ ਘਟਨਾਵਾਂ ਵੇਖਦੇ ਹਾਂ, ਕਿੰਨੇ ਰੋਗੀ, ਕਿੰਨੇ ਬਜ਼ੁਰਗ ਔਰ ਕਿੰਨੀਆਂ ਅਰਥੀਆਂ ਨੂੰ ਤੱਕਦੇ ਹਾਂ, ਕਦੇ ਮਨ ਅੰਦਰ ਵੈਰਾਗ ਨਹੀਂ ਆਇਆ। ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਭਰਾ ਨੂੰ ਤਨ ਤਿਆਗਦੇ ਨੂੰ ਦੇਖਿਆ, ਪਿਤਾ ਨੇ ਉਹਦੀ ਅੰਤਮ ਕਿਰਿਆ ਕੀਤੀ, ਮਨ ਅੰਦਰ ਬੈਰਾਗ ਆ ਗਿਆ। ਹੁਣ ਪਰਮਾਤਮਾ ਦੀ ਇਬਾਦਤ ਵਿੱਚ ਬਹੁਤਾ ਜ਼ਿਆਦਾ ਜੁੜਦੇ ਨੇ। ਇੱਥੋਂ ਪਿਆਰਿਓ ਸਮਾਂ ਆਪਣੀ ਚਾਲੀ ਚੱਲਦਾ ਹੈ ਤੇ ਪਿਆਰਿਓ ਜੰਗ ਜੁੱਧਾਂ ਦਾ ਸਮਾਂ ਆਉਂਦਾ। ਸਾਹਿਬ ਸੱਚੀ ਸਰਕਾਰ ਚੱਲਦੇ ਹੋਏ ਕਰਤਾਰਪੁਰ ਦੀ ਧਰਤੀ ਤੇ ਵਾਸਾ ਕਰਦੇ ਗੁਰੂ ਹਰਗੋਬਿੰਦ ਪਾਤਸ਼ਾਹ ਇੱਥੇ ਕਰਤਾਰਪੁਰ ਦੇ ਵਿੱਚ ਆਉਂਦੇ ਨੇ। ਸੱਚੀ ਸਰਕਾਰ ਰਹਿੰਦੇ ਆ ਕੋਈ ਸਮਾਂ ਬਤੀਤ ਹੋਇਆ ਇਹ ਕਰਤਾਰਪੁਰ ਦੇ ਅੰਦਰ, ਔਰ ਇੱਕ ਸਿੱਖ ਚੱਲ ਕੇ ਆਇਆ ਜਿਹਦਾ ਨਾਮ ਹੈ ਭਾਈ ਲਾਲ ਚੰਦ। ਤੇ ਭਾਈ ਲਾਲ ਚੰਦ ਜਿਹੜਾ ਹੈ ਨਾ, ਉਹਦੇ ਮਨ ਦੀ ਭਾਵਨਾ ਇਹ ਸੀ ਕਿ ਮੇਰਾ ਪੁੱਤਰ ਔਰ ਕਿਤੇ ਸਤਿਗੁਰੂ ਦੀ ਫੌਜ ਦੇ ਵਿੱਚ ਸੇਵਾ ਕਰੇ। ਤੇ ਪਿਆਰਿਓ, ਅੱਜ ਉਹ ਭਾਈ ਲਾਲ ਚੰਦ ਆਇਆ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੰਦਨਾ ਕੀਤੀ। ਮੇਰੇ ਦਿਆਲੂ ਸਤਿਗੁਰੂ, ਮੈਂ ਇੰਨੇ ਬਚਨ ਕਹਿੰਦਿਆਂ ਮੇਰੀ ਜ਼ਬਾਨ ਥਤਕੜਾਉਂਦੀ ਆ, ਔਰ ਮਹਾਰਾਜ ਔਰ ਮੇਰੀ ਪੁੱਤਰੀ ਆ ਇੱਕ, ਤੇ ਇੱਕ ਪੁੱਤਰ ਹੈ, ਮੇਰੀ ਪੁੱਤਰੀ ਜਿਹੜੀ ਆ ਉਹਦਾ ਨਾਮ ਗੁਜਰੀ ਆ। ਤੇ ਮਹਾਰਾਜ ਤੁਸੀਂ ਕਿਰਪਾ ਕਰੋ, ਆਪਣੇ ਇਸ ਪੁੱਤਰ ਤੇਗ ਬਹਾਦਰ ਦੇ ਲਈ ਇਹਦੀ ਦਾਸੀ ਬਣਾ ਲਓ, ਇਹਦੇ ਨਾਲ ਵਿਵਾਹ ਕਰ ਦਿਓ। ਸੱਚੀ ਸਰਕਾਰ ਨੇ ਉਹਦੀ ਭਾਵਨਾ ਨੂੰ ਸਮਝਿਆ, ਅੰਦਰ ਦੇ ਪ੍ਰੇਮ ਨੂੰ ਸਮਝਿਆ। ਸੱਚੀ ਸਰਕਾਰ ਨੇ ਔਰ ਸਵੀਕਾਰ ਇਹ ਨਾਤਾ ਕੀਤਾ ਹੈ ਤੇ ਪਰਤ ਕੇ ਆਪਣਾ ਪੁੱਤਰ, ਮਹਾਰਾਜ ਮੈਂ ਚਾਹੁੰਦਾ ਮੇਰਾ ਪੁੱਤਰ ਜਿਹੜਾ ਇਹ ਵੀ ਤੁਹਾਡੇ
ਨਾਲ ਸਿੰਘਾਂ ਦੇ ਵਿੱਚ ਸੇਵਾ ਕਰੇ। ਉਹਦਾ ਨਾਮ ਕਿਰਪਾਲ ਚੰਦ ਸੀ, ਜਿਹਨੂੰ ਬਾਅਦ ਚ ਮਾਮਾ ਕਿਰਪਾਲ ਚੰਦ ਕਿਹਾ ਗਿਆ। ਔਰ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਜੀ ਨੇ ਅੱਗੇ। ਔਰ ਪਿਆਰਿਓ, ਉੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਨੰਦ ਕਾਰਜ ਹੋਇਆ ਹੈ। ਅੱਜ ਭਾਈ ਲਾਲ ਚੰਦ ਦੇ ਘਰ ਅੰਦਰੋਂ ਔਰ ਡੋਲੀ ਤੁਰਨ ਲੱਗੀ, ਬੜੀ ਪ੍ਰੇਮ ਵਿੱਚ ਆਇਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਅੱਗੇ ਦੋਨੇ ਹੱਥ ਜੋੜ ਕੇ ਖਲੋ ਗਿਆ। ਮੇਰੀ ਸੱਚੀ ਸਰਕਾਰ, ਮੈਂ ਗਰੀਬ ਸਿੱਖ ਹਾਂ, ਮੇਰੇ ਤੋਂ ਤੁਹਾਡੀ ਸੇਵਾ ਨਹੀਂ ਹੋ ਸਕੀ ਮਹਾਰਾਜ, ਔਰ ਮੇਰੇ ਤੋਂ ਕੁਝ ਦਿੱਤਾ ਨਹੀਂ ਗਿਆ। ਤੇ ਹੱਥ ਜੋੜ ਕੇ ਜਦੋਂ ਬੇਨਤੀਆਂ ਕਰਦਾ ਸੀ, ਨੇਤਰ ਸੇਜਲ ਸਾਨਾ। ਇੱਕ ਮਹਾਰਾਜ, ਇਹ ਮੈਂ ਦਾਸੀ ਆਪਣੀ ਬੇਟੀ ਸੇਵਾ ਵਾਸਤੇ ਔਰ ਤੁਹਾਡੇ ਬੇਟੇ ਦੇ ਸੰਗ ਲਾਈ ਤੇਗ ਬਹਾਦਰ ਦੇ, ਕਿਰਪਾ ਕਰਕੇ ਤੁਸਾਂ ਨੇ ਨਵਾਜਿਆ। ਜਦ ਇੰਨੇ ਬਚਨ ਕਹੇ, ਮੇਰੀ ਸੱਚੀ ਸਰਕਾਰ ਨੇ ਭਾਈ ਲਾਲ ਚੰਦ ਦੇ ਦੋਨੇ ਹੱਥ ਫੜ ਲਏ। ਕਹਿਣ ਲੱਗੇ, ਲਾਲ ਚੰਦ ਤੂੰ ਬਹੁਤ ਕੁਝ ਦਿੱਤਾ ਹੈ, ਥੋੜਾ ਨਹੀਂ। ਕਹਿਣ ਲੱਗੇ, ਜਿਨਨੇ ਆਪਣੇ ਜ਼ਿਕਰ ਦਾ ਟੁਕੜਾ ਪਾਲ ਕੇ ਔਰ ਆਪ ਦੇ ਦਿੱਤਾ ਹੈ। ਔਰ ਕਹਿਣ ਲੱਗੇ, ਜਿਨ ਤਨਜਾ ਅਰਪਨ ਕੀਨੰ ਤਿਨ ਪਾਛੇ ਕਿਆ ਰਖ ਲੀਨੰ। ਜਿਨੇ ਆਪਣੇ ਜਿਗਰ ਦਾ ਟੁਕੜਾ ਦੇ ਦਿੱਤਾ, ਉਹਨੇ ਪਿੱਛੇ ਕੀ ਰੱਖ ਲਿਆ, ਸਭ ਕੁਝ ਦੇ ਦਿੱਤਾ ਹੈ। ਤੂੰ ਬਹੁਤ ਕੁਝ ਦਿੱਤਾ ਆ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਨੰਦ ਕਾਰਜ ਹੋ ਗਿਆ। ਸੱਚੀ ਸਰਕਾਰ ਇੱਥੇ ਕੁਝ ਸਮਾਂ ਬਤੀਤ ਕੀਤਾ ਹੈ ਤੇ ਫਿਰ ਕਰਤਾਰਪੁਰ ਦੀ ਜੰਗ ਜਿਹੜੀ ਹੈ ਉਹਦੀ ਤਿਆਰੀ ਹੋ ਜਾਂਦੀ। ਕਰਤਾਰਪੁਰ ਦੀ ਜੰਗ ਦੇ ਅੰਦਰ ਔਰ ਜਿਹੜਾ ਪਹਿੰਦੇ ਖਾਂ ਪਠਾਨ ਸੀਗਾ, ਇਹ ਆਲਮਪੁਰ ਦੇ ਰਹਿਣ ਵਾਲਾ ਸੀ। ਇਹਦੇ ਪਿਤਾ ਦਾ ਨਾਮ ਫਤਿਹ ਖਾਨ ਸੀਗਾ। ਤੇ ਔਰ ਜਿਹੜਾ ਕਰਤਾਰਪੁਰ ਦੇ ਲਾਗੇ ਮੀਰ ਪਿੰਡ ਆ, ਇੱਥੇ ਇਸ ਪਹਿੰਦੇ ਖਾਂ ਪਠਾਨ ਦੇ ਨਾਨਕੇ ਸੀ। ਇੱਥੇ ਨਾਨਕਿਆਂ ਤੋਂ ਰਹਿੰਦੇ ਦੀ ਡੀਲ ਡੌਲ ਦੇਖ ਕੇ ਸੱਚੀ ਸਰਕਾਰ ਇਹਨੂੰ ਨੌਕਰ ਰੱਖ ਲਿਆ ਸੀ। ਆਪਣੇ ਹੱਥੀ ਇਹਦੀ ਸੰਭਾਲ ਕੀਤੀ, ਸ਼ਸਤਰ ਵਿਦਿਆ ਸਿਖਾਈ ਔਰ ਇਹਦੇ ਨਾਲ ਕੁਸ਼ਤੀ ਵੀ ਕਰਿਆ ਕਰਨੀ। ਅੱਜ ਆਪਣੇ ਜਵਾਈ ਇਹਦਾ ਸੀ ਸਮਾਨ ਖਾਨ, ਪਹਿੰਦੇ ਖਾਂ ਦਾ, ਉਹਦੀ ਉਕਸਾਟ ਦੇ ਵਿੱਚ ਆ ਕੇ ਔਰ ਪਿਆਰਿਓ ਜਿਹੜਾ ਸੀ ਨਾ ਮੁਗਲਸ ਖਾਂ ਅੰਮ੍ਰਿਤਸਰ ਦੀ ਜੰਗ ਵਿੱਚ ਚੜ ਕੇ ਆਇਆ, ਉਹਦੇ ਭਰਾ ਕਾਲੇ ਖਾਂ ਨੂੰ ਚੜਾ ਕੇ ਲੈ ਆਇਆ। ਆ ਕੇ ਯੁੱਧ ਹੋਇਆ ਔਰ ਇਸ ਯੁੱਧ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਔਰ ਅੱਤ ਦੀ ਤਲਵਾਰ ਦੇ ਜ਼ੋਰ ਦਿਖਾਏ। ਤੇ ਮਾਤਾਵਾਂ ਨੇ ਵੀ ਮਕਾਨਾਂ ਦੀਆਂ ਛੱਤਾਂ ਤੇ ਚੜ ਕੇ ਇਸ ਯੁੱਧ ਦੇ ਜ਼ੋਰਾਂ ਨੂੰ ਦੇਖਿਆ ਔਰ ਇੱਥੇ ਯੁੱਧ ਹੋਇਆ ਔਰ ਯੁੱਧ ਦੀ ਸਮਾਪਤੀ ਹੋਈ ਆ। ਸੱਚੀ ਸਰਕਾਰ ਨੇ ਕਿਹਾ, ਤੈਨੂੰ ਸਾਰੇ ਤੇਰੀ ਬਿਰਤੀ ਨੂੰ ਦੇਖ ਕੇ ਤਿਆਗ ਮੱਲ ਤਾਂ ਕਹਿੰਦੇ ਨੇ, ਔਰ ਤੇਰਾ ਨਾਮ ਜਿਹੜਾ ਰੱਖਿਆ ਤੇਗ ਬਹਾਦਰ, ਅੱਜ ਵਾਕਿਆ ਹੀ ਤੂੰ ਤੇਗ ਦੀ ਬਹਾਦਰੀ ਵੀ ਵਿਖਾਈ। ਸੱਚੀ ਸਰਕਾਰ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੰਗ ਜਿੱਤ ਲਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਜੰਗ ਜਿੱਤਿਆ ਗਿਆ, ਮਹਾਰਾਜ ਨੇ ਹੁਣ ਕਰਤਾਰਪੁਰੇ ਨੂੰ ਛੱਡਣਾ ਮੁਨਾਸਬ ਜਾਣਿਆ, ਛੱਡ ਕੇ ਕੀਰਤਪੁਰ ਦੀ ਧਰਤੀ ਤੇ ਆ ਗਏ ਨੇ। ਸੱਚੀ ਸਰਕਾਰ ਇੱਥੇ ਪਰਿਵਾਰ ਨਾਲ ਆਇਆ, ਪਰਿਵਾਰ ਨਾਲ ਰਹਿੰਦਾ ਹੈ, ਕੀਰਤਪੁਰ ਦੀ ਧਰਤੀ ਤੇ ਵਾਸਾ ਕੀਤਾ ਹੈ। ਇਸ ਜਗ੍ਹਾ ਤੇ ਰੌਣਕਾਂ ਲੱਗੀਆਂ, ਸਿੱਖ ਸੰਗਤਾਂ ਆਲਿਓਂ ਅਦਾਲਿਓਂ ਆਉਂਦੀਆਂ ਨੇ, ਬੜੇ ਪ੍ਰੇਮ ਦੇ ਨਾਲ ਰਹਿੰਦੀਆਂ ਨੇ। ਪਿਆਰਿਓ, ਗੁਰੂ ਕਾ ਪਰਿਵਾਰ ਇੱਥੇ ਆ ਔਰ ਬਾਬਾ ਗੁਰਦਿੱਤਾ ਜੀ ਦੇ ਇਸ ਨਗਰ ਨੂੰ ਵਸਾਇਆ ਹੋਇਆ ਸੀ। ਇੱਥੇ ਸੱਚੀ ਸਰਕਾਰ ਆਏ ਨੇ ਬਾਬਾ ਗੁਰਦਿੱਤਾ ਜੀ। ਔਰ ਪਿਆਰਿਓ, ਇੱਥੇ 3 ਪੁੱਤਰ ਕੋਲ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ, ਕਿਉਂਕਿ ਬਾਬਾ ਟਲ ਰਾਏ ਤੇ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ ਸਨ। ਬਾਬਾ ਟਲ ਰਾਏ ਅੰਮ੍ਰਿਤਸਰ ਦੀ ਧਰਤੀ ਤੇ ਔਰ ਬਾਬਾ ਗੁਰਦਿੱਤਾ ਜੀ ਔਰ ਇਧਰ ਸ਼ਿਕਾਰ ਖੇਡਦਿਆਂ ਪਹਾੜੀਆਂ ਦੀ ਗਊ ਜਿਹੜੀ ਮਰ ਗਈ, ਉਹਨਾਂ ਦੇ ਮਿੰਤਾ ਤਰਲੇ ਕਰਨ ਤੇ ਗਊ ਜਿੰਦਾ ਕਰ ਦਿੱਤੀ। ਸਤਿਗੁਰੂ ਨੇ ਕਿਹਾ ਸੀ ਕਿ ਇਹ ਚੰਗਾ ਨਹੀਂ। ਬਾਬੇ ਗੁਰਦਿੱਤੇ ਨੇ ਵੀ ਆਪਣਾ
ਔਰ ਆਪ ਤਿਆਗ ਕਰ ਦਿੱਤਾ ਸੀ ਆਪਣੇ ਆਪ। ਸਤਿਗੁਰੂ ਗਲਤੀ ਹੋ ਗਈ, ਮੈਨੂੰ ਇਹਨਾਂ ਬਚਨਾਂ ਦਾ ਪਤਾ ਨਹੀਂ, ਤੁਸੀਂ ਕਿਰਪਾ ਕਰੋ, ਇਸ ਗੁਸਤਾਖੀ ਦੀ ਸਜ਼ਾ ਮੈਂ ਭੋਗਾਂਗਾ। ਔਰ ਮੈਂ ਹੁਕਮ ਨੂੰ ਮੰਨ ਕੇ ਉਹਨਾਂ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਹੈ। ਹੁਣ ਪਿਆਰਿਓ, ਔਰ 3 ਪੁੱਤਰ ਕੋਲ ਨੇ, ਬਾਬਾ ਅਨੀ ਰਾਏ, ਬਾਬਾ ਔਰ ਜਿਹੜਾ ਸੂਰਜਮਲ ਤੇ ਗੁਰੂ ਤੇਗ ਬਹਾਦਰ ਮਹਾਰਾਜ। ਕੁਝ ਵਿਦਵਾਨ ਕਹਿੰਦੇ ਨੇ ਕਿ ਬਾਬਾ ਅਨੀ ਰਾਏ ਵੀ ਪਹਿਲਾਂ ਚੜ੍ਹਾਈ ਕਰ ਚੁੱਕੇ ਸਨ। ਔਰ ਪਿਆਰਿਓ, ਇੱਥੇ ਰਹਿੰਦਿਆਂ ਹੋਇਆਂ ਬੜੇ ਪ੍ਰੇਮ ਦੇ ਨਾਲ ਵਾਸਾ ਕੀਤਾ ਹੈ। ਤੇ ਬਾਬੇ ਗੁਰਦਿੱਤਾ ਜੀ ਦੇ 2 ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਦਾ ਨਾਮ ਹੈ ਧੀਰ ਮੱਲ ਤੇ ਛੋਟੇ ਪੁੱਤਰ ਦਾ ਨਾਮ ਹੈ ਹਰ ਰਾਏ। ਔਰ ਪਿਆਰਿਓ, ਸਮਾਂ ਨੇੜੇ ਆਉਂਦਾ ਜਾਣਿਆ ਤੇ ਸੱਚੀ ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਜਿਹੜੀ ਆ ਬਾਬੇ ਗੁਰਦਿੱਤੇ ਦੇ ਛੋਟੇ ਪੁੱਤਰ ਨੂੰ ਜਿਹੜੀ ਆ ਸੌਂਪੀ ਜਾਵੇਗੀ, ਗੁਰਤਾ ਗੱਦੀ ਦੀ ਜ਼ਿੰਮੇਵਾਰੀ। ਕਿਉਂ? ਵੱਡਾ ਪੁੱਤਰ ਜਿਹੜਾ ਧੀਰ ਮੱਲ ਹੈ ਨਾ, ਜਿੰਨੀਆਂ ਜੰਗਾਂ ਹੋਈਆਂ ਨੇ ਇਹ ਹਮੇਸ਼ਾ ਸੂਈਏ ਵਜੋਂ ਦੁਸ਼ਮਣਾਂ ਨੂੰ ਖਬਰ ਪਹੁੰਚਾ ਦਿਆ ਕਰਦਾ ਸੀ। ਇਹ ਉਲਟੇ ਪਾਸੇ ਹੀ ਖਲੋਂਦਾ ਸੀ। ਮਹਾਰਾਜ ਇਹਦੀ ਭਾਵਨਾ ਨੂੰ ਜਾਣਦੇ ਸਨ, ਚਤਰ ਬੁੱਧੀ ਸੀ, ਪਰ ਆਪਣੀਆਂ ਚਲਾਕੀਆਂ ਕਰਦਾ ਸੀ। ਗੁਰੂ ਚਲਾਕੀਆਂ ਦੇ ਨਾਲ ਰੀਝਦਾ ਨਹੀਂ, ਗੁਰੂ ਰੀਝਦਾ ਜਿਨਨੇ ਬਚਨ ਮੰਨ ਲਿਆ, ਪ੍ਰਵਾਨ ਕੀਤਾ। ਸਤਿਗੁਰੂ ਹਰਿ ਰਾਏ ਸਾਹਿਬ ਜੀ ਨੂੰ ਟਿਕ ਦਿੱਤਾ ਹੈ ਸੱਚੀ ਸਰਕਾਰ ਨੇ ਕਿ ਪਿਆਰਿਓ, ਹੁਣ ਇਹ ਗੁਰਤਾ ਗੱਦੀ ਦੇ ਤਖਤ ਦੇ ਵਾਰਸ ਹੋਵਣਗੇ, ਗੁਰਤਾ ਗੱਦੀ ਤੇ ਬੈਠ ਕੇ ਉਪਦੇਸ਼ ਦੇਣਗੇ। ਤਰਕਾਲਾਂ ਹੁੰਦੀਆਂ ਨੇ ਤੇ ਮਾਤ ਨਾਨਕੀ ਔਰ ਆਪਣੇ ਪਤੀ ਸਤਿਗੁਰੂ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਭੋਜਨ ਛਕਾਉਣ ਆਏ ਨੇ। ਪਤੀ ਸਤਿਗੁਰੂ ਜੀ ਆਪ ਜੀ ਨੇ ਬਚਨ ਕੀਤੇ ਸਨ ਕਿ ਤੇਰਾ ਪੁੱਤਰ ਇੱਕ ਦਿਨ ਗੁਰੂ ਬਣੇਗਾ। ਪਤੀ ਸਤਿਗੁਰੂ ਜੀ ਔਰ ਤੁਸਾਂ ਬਚਨ ਕੀਤੇ ਤੇ ਆਪਣੀ ਤਿਆਰੀ ਕਰ ਲਈ ਜਾਣ ਦੀ। ਮੇਰਾ ਪੁੱਤਰ ਤਾਂ ਭੋਲਾ ਜਿਹਾ ਹੈ, ਇਹ ਇਕੱਲਾ ਬੈਠਾ ਰਹਿੰਦਾ ਹੈ, ਦੂਜੇ ਸਾਰੇ ਹੀ ਕਾਰੋਬਾਰ ਦੇ ਵਿੱਚ ਸਿਆਣੇ ਨੇ ਤੇ ਉਹਨਾਂ ਦੀ ਮਸੰਦਾਂ ਨਾਲ ਸਿੱਖਾਂ ਨਾਲ ਬਣਦੀ ਆ। ਇਹ ਤਾਂ ਕਿਸੇ ਨੂੰ ਬੁਲਾਉਂਦਾ ਵੀ ਨਹੀਂ, ਇਹਦੇ ਨਾਲ ਤਾਂ ਕੋਈ ਬੋਲਦਾ ਵੀ ਨਹੀਂ, ਇਹਦਾ ਅੱਗੇ ਜਿਹੜਾ ਘਰ ਪਰਿਵਾਰ ਕਿਵੇਂ ਚੱਲੇਗਾ। ਸੱਚੀ ਸਰਕਾਰ ਭੋਜਨ ਛਕਦੇ ਸਨ। ਮਹਾਰਾਜ ਕਹਿੰਦੇ, ਨਾਨਕੀ ਤੂੰ ਕਹਿਨੀ ਇਹਨੂੰ ਕੋਈ ਜਾਣਦਾ ਨਹੀਂ, ਜੋ ਤੇਰੇ ਇਸ ਪੁੱਤਰ ਨੇ ਕਰ ਦੇਣਾ ਹੈ ਤੇਗ ਬਹਾਦਰ ਨੇ, ਉਹ ਪਹਿਲਾਂ ਕਿਸੇ ਨੇ ਕੀਤਾ ਨਹੀਂ। ਜੋ ਅੱਗੇ ਇਹਦੇ ਪੁੱਤਰ ਨੇ ਕਰ ਜਾਣਾ ਹੈ ਪਰਤ ਕੇ ਉਹ ਕਿਸੇ ਤੋਂ ਹੋਣਾ ਨਹੀਂ। ਦੋਨੇ ਗੱਲਾਂ, ਤੇਰਾ ਪੁੱਤਰ ਵੀ ਗੁਰੂ ਬਣਨਾ ਹੈ ਤੇ ਇਹ ਤੂੰ ਪੋਤਰੇ ਨੂੰ ਤੱਕਣਾ ਹੈ। ਕਿਉਂ? ਮਾਤ ਨਾਨਕੀ ਨੇ ਕਿਹਾ ਸੀ, ਸਤਿਗੁਰੂ ਜੀ ਤੁਹਾਡੇ ਬਗੈਰ ਰਿਹਾ ਨਹੀਂ ਜਾਣਾ, ਕਿਰਪਾ ਕਰੋ ਮੈਨੂੰ ਆਗਿਆ ਦਿਓ, ਮੈਂ ਵੀ ਨਾਲ ਚੱਲਾਂ। ਸਤਿਗੁਰੂ ਕਹਿੰਦੇ, ਨਹੀਂ ਨਾਨਕੀ, ਅਜੇ ਤੂੰ ਆਵੇਂਗੀ ਸਾਡੇ ਕੋਲ, ਤੂੰ ਪੋਤਰੇ ਨੂੰ ਖਡਾਲ ਕੇ ਆਉਣਾ ਹੈ ਔਰ ਪੋਤਰੇ ਦੇ ਰੰਗ ਮੰਨ ਕੇ ਆਉਣਾ ਹੈ, ਬਾਅਦ ਵਿੱਚ ਆਵੇਂਗੀ ਸਾਡੇ ਕੋਲ। ਔਰ ਸਾਰਾ ਸਮਾਂ ਮਿਥਿਆ ਭੋਜਨ ਛਕ ਕੇ ਹੱਥ ਸੁੱਚੇ ਕੀਤੇ ਉਹਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹੱਥ ਸੁੱਚੇ ਕਰਕੇ ਉਹ ਰੁਮਾਲ ਜਿਹੜਾ ਸੀ ਹੱਥ ਸਾਫ਼ ਕੀਤੇ। ਨਾਨਕੀ ਝੋਲੀ ਕਰ, ਔਰ ਨਾ ਮਾਤਾ ਨਾਨਕੀ ਦੀ ਝੋਲੀ ਵਿੱਚ ਰੁਮਾਲ ਪਾ ਦਿੱਤਾ ਹੈ। ਤੇ ਵਿਦਵਾਨ ਕਹਿੰਦੇ ਆ ਕਿ ਇੱਕ ਬਾਣੀ ਦੀ ਪੋਥੀ ਦਿੱਤੀ ਆ, ਇੱਕ ਕੋਲੋਂ ਕਟਾਰ ਦਿੱਤੀ ਆ। ਵਿਦਵਾਨ ਕਹਿੰਦੇ ਬਾਪੂ ਦਾ ਦਿੱਤਾ ਹੋਇਆ ਰੁਮਾਲ ਔਰ ਉਹ ਚਾਦਰ ਬਣ ਕੇ ਹਿੰਦੁਸਤਾਨ ਦੀ ਨਗੇਜ ਹੋ ਰਹੀ ਆਬਰੂ ਨੂੰ ਉਹਨੇ ਢੱਕ ਲਿਆ। ਔਰ ਬਾਪੂ ਦੀ ਦਿੱਤੀ ਹੋਈ ਕਟਾਰ ਪੋਤਰੇ ਦੇ ਹੱਥ ਵਿੱਚ ਤਲਵਾਰ ਬਣ ਕੇ ਆਈ। ਉਹਨੇ ਜ਼ਾਲਮ ਦੀਆਂ ਅਨੇਕਾਂ ਤਲਵਾਰਾਂ ਖੁੰਡੀਆਂ ਕਰ ਦਿੱਤੀਆਂ। ਉਹ ਤਲਵਾਰ ਦੇ ਵਿੱਚੋਂ ਖਾਲਸਾ ਪੰਥ ਨਿਕਲਿਆ, ਜਿਨੇ ਦੁਨੀਆ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਧਰ ਦਿੱਤੀਆਂ। ਉਹ ਪੋਥੀ ਜਿਹੜੀ ਆ ਉਹ ਮਾਤ ਗੁਜਰੀ, ਉਹਦੇ ਵਿੱਚੋਂ ਬਾਣੀ ਪੜ ਪੜ ਕੇ ਹਿਰਦੇ ਨੂੰ ਇੰਨਾ ਪਰਪੱਕ ਕੀਤਾ ਹੈ, ਹਿਰਦਾ ਕੁੱਖ ਨੂੰ ਪਵਿੱਤਰ ਕੀਤਾ ਹੈ।
जिथे गुरु गोबिंद सिंह साहब महाराज ने आना है। ताई साहब कहते ना, तात मात मुर अलख अराधा। गुरु गोबिंद सिंह साहब के बचन ने, तात मैना और पिता ते मात मैने, माता उन्हें परमात्मा नूं अराध्या, बंदगी की आ। और वो पोथी दे के कहा, साडे जान तो बाद हुण तुसी इत्थे नहीं रहना, तुसां ने बकाले चले जाना है। क्योंकि बकाला नगर जिहड़ा है बेबे नानकी दा, माता नानकी दा और पेका पिंड आ। सच्ची सरकार ने प्यारिओ रात नूं कहा सारियां ने, और हौसला रखना, किसी ने कुछ नहीं। गुरु हरराय साहब नूं उपदेश दिता है, तुसां ने जिमें जिमें दसिया कार्ज करना है। दिन दा चढ़ाऊ होया, सच्ची सरकार उस अकाल दे विच ज्यों जल में जल आए खटाना, त्यों ज्योति संग ज्योत समाना। मिट गए गमन पाई विश्राम, नानक प्रभ कै सद कुर्बान। सूरज किरण मिले जल का जल हुआ राम, ज्योति ज्योत रली संपूर्ण थिया नाम। गुरु हरगोबिंद पातशाह महाराज ने जोत और गुरु हर कृष्ण महाराज दे अंदर धर के संगतां नूं संबोधन करके अपना पंज भौतिक शरीर नूं संकुच लिया है। गुरु हर राय महाराज सच्चे पातशाह ने जो बचन कहे सन कि महाराज, और जे किदे जालम चढ़ के आ जावे कह लगे और कोई तुहाडे तक पहुँचेगा नहीं। पर गुरु हर राय महाराज सनदबद्ध सूरबीरां दे नाल सनदबद्ध शस्त्र लैके रहिंदे सन। और दिन दा चढ़ाऊ होया, कीरतपुर दी धरती ते चिखा तैयार की गई आ। विद्वान कहंदे चंदन दी चिखा, बड़े प्रेम नाल संगतां आईयां ने। और प्यारिओ, और राम प्रताप सिंह और जैसलमेर दा राजा भी आया है, और वो भी साहब नूं बड़ा, जैसलमेर दे रहन वाला सिख सी, बड़ा प्रेम करदा सी। सारे खड़े हुण चिखा च नहीं गए। गुरु हरगोबिंद पातशाह महाराज दा शरीर जिहड़ा है उस चिखा ते कीरतपुर दी धरती ते रखिया गया है। ते और चिखा नूं अगन धन धन गुरु हरराय साहब सच्चे पातशाह ने, क्योंकि सतगुरु आप सब क्रिया दस गए सन। और अगन दिती, अग्नि दियां लाटां निकलियां ने। ते खास कर प्यारिओ विद्वान लिखदे ने, ये राम प्रताप सिंह जैसलमेरिया जिहड़ा आया सी ना, बड़ा प्यार करदा सी गुरु हरगोबिंद पातशाह जी नूं। इहने प्यारिओ वो मच दी चिखा विच छाल मारी, साहब दे चरनां नाल लिपट गया नाल ही। और दूजा सिख सी जिहदा नाम इतिहास ने और विद्वानां विचों, और प्रिंसीपल भगत सिंह जी हीरा, उन्हां ने लिखिया, कहंदे दूजा सिख साधु राम, उन्हें भी छाल मार दिती चिखा दे विच। साहब दे नाल ही उन्हां दा उत्थे संस्कार हो गया। इन्ने नूं सावधानता गुरु हरराय साहब ने वरतती कि हुक्म है संगत नूं कोई अगे नहीं वधेगा, कोई ऐसा नहीं करेगा, गुरु का हुक्म है। हुक्म नूं मन के संगत रुक गई। ये दो सिख सतगुरु हरगोबिंद पातशाह महाराज दे नाल और बलदी हुई चिखा दे विच अपने शरीर दा त्याग कर गए ने। साहब दे शरीर दे नाल और अपना जिहड़ा शरीरक यात्रा नूं निभा गए ने। इत्थों हुण जिवें माता नानकी और प्रेम दे नाल और पति सतगुरु दे बचनां नूं मन के और अंतिम क्रिया तो बाद जिवें बाबे बकाले आउंदे ने, अगला सफ़र जिवें आउंदा है, जिन्नी को सच्चे पातशाह मत बुद्ध बख्श दे आप संगत कृपा करने हो, उहदे मतलक पढ़ पढ़ा के मोटे मोटे रूप अंदर जिहड़े मोटे मोटे समाचार ने वो सानू सच्ची सरकार दे मिल जाण। वो मोटे मोटे रूप अंदर आपां ने वाचना है। इत्थों कीरतपुर दे मुकाम तो हुण अगे नूं जिवें इतिहास चलदा है उहनूं आपां वाचदे जाना है। मेरी सच्ची सरकार दा संगत जी इतिहास जान के हिरदियां च वसायो। और जेड़ी गुरबाणी आ ना, आबादत ये नी है, शहादत कलश है। और आबादत नहीं, भावकता विच आन के मनुख तुर पेगा। जदों मूरे किसी नूं डिगदा देखदा है ना,
ਉਦੋਂ ਭੱਜਦਿਆਂ ਦੇਰੀ ਨਹੀਂ ਲੱਗਦੀ। ਮਹਾਰਾਜ ਕਹਿੰਦੇ ਜੇ ਇਬਾਦਤ ਹੈ ਤੇ ਸ਼ਹਾਦਤ ਤਾਂ ਹੋਵੇਗੀ, ਇਬਾਦਤ ਤੋਂ ਬੰਦਗੀ ਤੋਂ ਬਗੈਰ ਸ਼ਹਾਦਤ ਨਹੀਂ। ਇਬਾਦਤ ਕੀਤੀ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ, ਉਹ ਇਬਾਦਤ ਕਰਦਿਆਂ ਹੋਇਆਂ ਫਿਰ ਸ਼ਹਾਦਤ ਹੋਣੀ ਆ। ਔਰ ਉਸ ਇਤਿਹਾਸ ਨੂੰ ਆਪਾਂ ਅੱਗੇ ਵਚਨ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਸੱਚੀ ਸਰਕਾਰ ਦੇ ਬਚਨ ਜਨ ਹਿਰਦਿਆਂ 'ਚ ਵਸਾਵਣੇ। ਦਾਸ ਨੂੰ ਆਪ ਸੰਗਤ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।